ਧੰਨ ਵਾਹਿਗੁਰੂ ਜੀਓ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਾਣੀ ਨਾਮ ਦਿਓ ਜੀਓ ਕੀ, ਰਾਮ ਕਲੀ ਘਰ ਪਹਿਲਾ। ਆਨੀ ਲੈ ਕਾਗਦ ਕਾਟੀ ਲੈ ਗੂਡੀ, ਆਕਾਸ਼ ਮਧੇ ਭਰਮੀਅਲੇ। ਪੰਚ ਜਨਾ ਸਿਉ ਬਾਤ ਬਤਉਆ, ਚੀਤ ਸੋ ਡੋਰੀ ਰਾਖੀਅਲੇ। ਮਨ ਰਾਮ ਨਾਮਾ ਬੇਦੀਅਲੇ, ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਰਹਾ ਹਾਨੀ ਲੈ ਕੁੰਭ ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ। ਹਸਤ ਬਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀਅਲੇ। ਮੰਦਰ ਏਕ ਦਵਾਰ 10 ਜਾ ਕੇ, ਗਊ ਚਰਾਵਨ ਛਾਡੀਅਲੇ। 5 ਕੋਸ ਪਰ ਗਊ ਚਰਾਵਤ, ਚੀਤ ਸੋ ਬਸ਼ਰਾ ਰਾਖੀਅਲੇ। ਕਹਿਤ ਨਾਮ ਦਿਓ ਸੁਨਹੁ ਤਿਲੋਚਨ, ਬਾਲਕ ਪਾਲਨ ਪੌਡਰੀਅਲੇ। ਅੰਤਰ ਬਾਹਰ ਕਾਜ ਬਿਰੁਧੀ, ਚੀਤ ਸੋ ਬਾਰਿਕ ਰਾਖੀਅਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਸਤ ਸੰਗਤ ਰੂਪ ਵਿੱਚ ਸੱਜ ਕੇ ਸਤਿਗੁਰੂ ਦੀ ਪਾਵਨ ਬਾਣੀ ਨਾਲ ਸਾਂਝ ਬਣਾ ਕੇ ਆਪ ਜੀ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਜਿਸ ਪਾਵਨ ਸ਼ਬਦ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 972 ਉੱਪਰ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਸ਼ਬਦ ਦਾ ਜੋ ਸਿਰਲੇਖ ਹੈ, ਸਭ ਤੋਂ ਪਹਿਲਾਂ ਮੰਗਲਾਚਰਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਮੇਸ਼ਰੀ ਹਸਤੀ ਇੱਕ ਹੈ ਅਤੇ ਇੱਕ ਰਸ, ਬਿਨਾਂ ਕਿਸੇ ਗੈਪ ਅੰਤਰ ਤੋਂ ਆਪਣੀ ਸਮੁੱਚੀ ਰਚਨਾ ਦੇ ਵਿੱਚ, ਆਪਣੀ ਕ੍ਰੀਏਸ਼ਨ ਦੇ ਵਿੱਚ ਓਤ-ਪੋਤ ਹੈ, ਸਮਾਈ ਹੋਈ ਹੈ। ਇਹ ਹਸਤੀ ਸਦੀਵ ਕਾਲ ਹੈ। ਇਸ ਦੀ ਕੋਈ ਸਮਾਂ ਜਾਂ ਸੀਮਾ ਜਾਂ ਹੱਦ ਨਹੀਂ ਹੈ। ਸਦਾ ਸੱਚ ਹੈ, ਸਦਾ ਕਾਇਮ ਰਹਿਣ ਵਾਲੀ ਹੈ। ਗੁਰੂ ਮਹਾਰਾਜ ਦੇ ਸੱਚੇ ਅਨੁਭਵ ਉਪਦੇਸ਼ ਨਾਲ ਜੁੜ ਕੇ ਹੀ ਜੀਵ ਨੂੰ ਆਤਮਕ ਤੌਰ ਦੇ ਉੱਤੇ ਇਸ ਪ੍ਰਤੀ ਚੇਤਨਤਾ, ਸੋਝੀ ਹਾਸਲ ਹੁੰਦੀ ਹੈ। ਸ਼ਬਦ ਦਾ ਸਿਰਲੇਖ ਹੈ, ਬਾਣੀ ਨਾਮ ਦਿਓ ਜੀਓ ਕੀ। ਭਗਤ ਨਾਮਦੇਵ ਸਾਹਿਬ ਜੀ ਦਾ ਇੱਥੋਂ ਸ਼ਬਦਾਂ ਦਾ ਆਰੰਭ ਹੁੰਦਾ ਹੈ ਔਰ ਇਹ ਕੁੱਲ 4 ਸ਼ਬਦਾਂ ਦਾ ਇਕੱਠਾ ਸੰਗ੍ਰਹਿ ਹੈ, ਰਾਮ ਕਲੀ ਘਰ ਪਹਿਲਾ।
ਰਾਗ ਰਾਮਕਲੀ ਦੇ ਵਿੱਚ ਭਗਤ ਨਾਮਦੇਵ ਸਾਹਿਬ ਜੀ ਦੀ ਇਹ ਬਾਣੀ ਹੈ ਅਤੇ 4 ਸ਼ਬਦ ਭਗਤ ਜੀ ਦੇ ਇਸ ਰਾਗ ਵਿੱਚ ਦਰਜ ਹਨ। ਘਰ ਪਹਿਲਾ ਤੋਂ ਭਾਵ ਹੈ ਇਸ ਨੂੰ ਸੁਰ ਅਤੇ ਤਾਲ ਨਾਲ ਪਹਿਲੇ ਘਰ ਵਿੱਚ ਗਾਇਆ ਜਾਣਾ ਹੈ। ਸ਼ਬਦ ਦਾ ਰਹਾਉ ਵਾਲਾ ਜਿਹੜਾ ਬੰਦ ਹੈ, ਮਨ ਰਾਮ ਨਾਮਾ ਬੇਦੀਅਲੇ ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਸ਼ਬਦ ਦਾ ਜੋ ਕੇਂਦਰੀ ਭਾਵ ਹੁੰਦਾ ਹੈ ਉਹ ਰਹਾਉ ਦੇ ਬੰਦ ਵਿੱਚ ਹੈ। ਰਹਾਉ ਦਾ ਅਰਥ ਹੈ ਠਹਿਰੋ, ਰੁਕੋ, ਵਿਚਾਰ ਕਰੋ, ਘੋਖ ਕਰੋ। ਇਸ ਸੈਂਟਰਲ ਆਈਡੀਏ ਨੂੰ ਧਿਆਨ ਵਿੱਚ ਰੱਖੋ ਤੇ ਬਾਕੀ ਸ਼ਬਦ ਦੀ ਵਿਚਾਰ ਕਰੋ। ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਹਨ ਜਿੱਥੋਂ ਆਪਾਂ ਆਪਣੇ ਵਿਚਾਰ ਦੀ ਆਰੰਭਤਾ ਕਰਦੇ ਹਾਂ। ਕਹਿਤ ਨਾਮ ਦਿਓ ਸੁਨੋ ਤਿਲੋਚਨ ਬਾਲਕ ਪਾਲਨ ਪੌਡੀਅਲੇ ਅੰਤਰ ਬਾਹਰ ਕਾਜ ਵਿਰੂਧੀ ਚੀਤ ਸੁਬਾਰਕ ਰਾਖੀਆ। ਕਹਿਤ ਨਾਮ ਦਿਓ, ਨਾਮਦੇਵ ਆਖਦੇ ਹਨ, ਸੁਨੋ ਤਿਲੋਚਨ, ਹੇ ਤਿਲੋਚਨ ਜੀ ਸੁਣੋ। ਇਸ ਦਾ ਭਾਵ ਹੈ ਕਿ ਸ਼ਬਦ ਜਿਹੜਾ ਹੈ ਇਹ ਸੰਵਾਦ ਰੂਪ ਵਿੱਚ ਦਰਜ ਹੈ। ਜਿਵੇਂ ਆਪਾਂ ਕੱਲ ਸ਼ਬਦ ਵਿਚਾਰਿਆ ਸੀ, ਆਜ ਨਾ ਮੈਂ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰੇ। ਉਹ ਸਾਰਾ ਸ਼ਬਦ ਆਪਾਂ ਕੱਲ ਗੂੰਡ ਰਾਗ ਦੇ ਵਿੱਚੋਂ ਵਿਚਾਰਿਆ। ਉਹ ਸ਼ਬਦ ਵੀ ਸੰਵਾਦ ਰੂਪ ਵਿੱਚ ਹੈ, ਕਿਸੇ ਨਾਲ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਹੋ ਰਹੀ। ਇਸੇ ਤਰ੍ਹਾਂ ਇਹ ਸ਼ਬਦ ਜਿਹੜਾ ਹੈ ਵੀ ਸੰਵਾਦ ਹੈ, ਭਾਵ 2 ਧਿਰਾਂ ਵਿਚਕਾਰ, 2 ਪਰਸਨੈਲਿਟੀਆਂ ਵਿਚਕਾਰ, 2 ਸ਼ਖਸੀਅਤਾਂ ਦੇ ਵਿਚਕਾਰ ਆਪਸੀ ਕੋਈ ਕਿਸੇ ਵਿਸ਼ੇ ਉੱਤੇ ਗੱਲ ਹੋ ਰਹੀ। ਨਾਮਦੇਵ ਸਾਹਿਬ ਦੱਸ ਰਹੇ ਹਨ, ਕਿਸ ਨੂੰ ਦੱਸ ਰਹੇ ਹਨ? ਤਿਲੋਚਨ ਜੀ ਨੂੰ। ਇਹ ਤਿਲੋਚਨ ਜੀ ਕੌਣ ਹਨ? ਇਹ ਉਹੀ ਭਗਤ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਭਗਤ ਤਿਲੋਚਨ ਜੀ ਮਹਾਰਾਜ। ਉਹਨਾਂ ਦੇ ਸ਼ਬਦ ਵੀ ਆਪਾਂ ਵਿਚਾਰੇ ਹਨ। ਇਤਿਹਾਸਕਾਰਾਂ ਦਾ ਮਤ ਹੈ ਕਿ ਭਗਤ ਨਾਮਦੇਵ ਸਾਹਿਬ ਤੇ ਭਗਤ ਤਿਲੋਚਨ ਜੀ ਸਮਕਾਲੀ ਸਨ, ਭਾਵ ਇੱਕੋ ਸਮੇਂ ਹੋਏ। ਉਹਨੂੰ ਆਪਾਂ ਸਮਕਾਲੀ ਕਹਿੰਦੇ ਨੇ। ਕਾਲ ਦਾ ਮਤਲਬ ਹੈ ਸਮਾਂ, ਸਮ ਦਾ ਮਤਲਬ ਹੈ ਬਰਾਬਰ। ਦੋਵਾਂ ਦਾ ਸਰੀਰਕ ਸਮਾਂ ਬਰਾਬਰ ਹੈ, ਸਮਕਾਲੀ ਹਨ। ਤੇ ਇਹ ਵੀ ਲਿਖਦੇ ਹਨ ਕਿ ਭਗਤ ਤਿਲੋਚਨ ਜੀ ਨੂੰ ਜਿਹੜੀ ਜਾਗ ਲੱਗੀ ਹੈ, ਜਿਹੜੀ ਉਹਨਾਂ ਦੇ ਅੰਦਰ ਜਿਗਿਆਸਾ ਪੈਦਾ ਹੋਈ ਹੈ, ਜਿਹੜੀ ਉਹਨਾਂ ਦੇ ਅੰਦਰ ਰੁਚੀ, ਇੰਟਰਸਟ ਪੈਦਾ ਹੋਇਆ ਹੈ ਧਰਮ ਦੇ, ਸੱਚ ਦੇ ਮਾਰਗ ਦੇ ਉੱਤੇ ਚੱਲਣ ਦਾ, ਉਹਨਾਂ ਦੇ ਆਈਡੀਅਲ ਸਨ, ਜਾਂ ਇਉਂ ਕਹਿ ਲਓ ਕਿ ਉਹਨਾਂ ਨੂੰ ਇਹ ਚਿਣਗ ਜਿਹੜੀ ਹੈ ਉਹ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਜੀਵਨ ਤੋਂ ਲੱਗੀ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਨੇ। ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਵਿੱਚ 2 ਸ਼ਲੋਕ ਆਉਂਦੇ ਹਨ। ਉਹਨਾਂ ਸ਼ਲੋਕਾਂ ਦਾ ਜੋ ਤੱਤ ਭਾਵ ਇਹ ਹੈ ਕਿ ਨਾਮਦੇਵ ਸਾਹਿਬ ਨੂੰ ਮਿਲਣ ਵਾਸਤੇ ਭਗਤ ਤਿਲੋਚਨ ਜੀ ਆਉਂਦੇ ਨੇ। ਉਹਨਾਂ ਨੂੰ ਕਿਸੇ ਨੇ ਕਿਹਾ ਹੈ ਕਿ ਨਾਮਦੇਵ ਸਾਹਿਬ ਬਹੁਤ ਉੱਚੀ ਹਸਤੀ ਨੇ, ਰੱਬ ਨੂੰ ਯਾਦ ਕਰਨ ਵਾਲੇ ਹਨ, ਬੜੇ ਪਰਮੇਸ਼ਰ ਦੇ ਪਿਆਰੇ ਹਨ, ਬੜੀ ਉੱਜਲ ਬੁੱਧੀ ਦੇ, ਉੱਚੀ ਸੁਰਤ ਦੇ ਮਾਲਕ ਹਨ। ਤੇ ਸਾਡੇ ਸਭਨਾਂ ਦੇ ਅੰਦਰ ਹੀ ਇੱਕ ਬਿੰਬ ਹੈ। ਆਪਾਂ ਹੁਣ ਸਾਨੂੰ ਕੋਈ ਕਵੇ ਨਾ ਫਲਾਨਾ ਬੰਦਾ ਬੜਾ ਭਗਤ ਹੈ, ਤਾਂ ਤੁਹਾਡੇ ਅੰਦਰ ਇੱਕ ਇਮੇਜ ਕ੍ਰੀਏਟ ਹੋ ਜਾਏ, ਤੁਹਾਡੇ ਦਿਮਾਗ 'ਚ ਇੱਕ ਤਸਵੀਰ ਬਣ ਜਾਣੀ ਹੈ ਵੀ ਇਹਦਾ ਮਤਲਬ ਹੈ ਉਹਨੇ 2-3 ਮਾਲਾ ਤੇ ਪਾਈਆਂ ਹੀ ਹੋਣਗੀਆਂ ਜਿੰਨੀ ਕੁ ਉਹਦੀ ਸਿਫਤ ਹੁੰਦੀ ਹੈ, ਵੀ ਏਡਾ ਵੱਡਾ ਭਗਤ ਹੈ। ਫਿਰ ਤੁਸੀਂ ਉਹਦਾ ਪਹਿਰਾਵਾ ਵੀ ਆਪ ਹੀ ਕ੍ਰੀਏਟ ਕਰੋਗੇ ਦਿਮਾਗ ਵਿੱਚ, ਵੀ ਆਹ ਉਹਦਾ ਪਹਿਰਾਵਾ ਹੋਣਾ, ਤੇ ਇਸ ਤਰ੍ਹਾਂ ਉਹ ਬੈਠਾ ਹੋਏਗਾ, ਅੱਧੀਆਂ ਅੱਖਾਂ ਖੁੱਲੀਆਂ ਹੋਣਗੀਆਂ, ਜਿਸ ਤਰ੍ਹਾਂ ਦੇ ਵੀ ਤੁਸੀਂ, ਜਿਵੇਂ ਦਾ ਤੁਸੀਂ ਚਿੱਤਰਦੇ ਹੋ ਦਿਮਾਗ 'ਚ। ਹੁਣ ਤੁਸੀਂ ਉਹਨੂੰ ਮਿਲਣ ਜਾਓ ਤੇ ਉਹ ਕੰਮਕਾਰ ਵਿੱਚ ਲੱਗਾ ਹੋਵੇ, ਤੇ ਕੰਮਕਾਰ ਕਰਦੇ ਹੀ ਉਹ ਤੁਹਾਡੀ ਗੱਲ ਸੁਣ ਰਿਹਾ ਹੋਵੇ, ਤੁਹਾਡੇ ਮਨ ਦੀ ਇਮੇਜ ਨੂੰ ਧੱਕਾ ਜਿਹਾ ਵੱਜੇਗਾ ਵੀ ਅਸੀਂ ਤਾਂ ਕੁਝ ਹੋਰ ਸੋਚ ਕੇ ਆਏ, ਇਸ ਬੰਦੇ ਨੂੰ ਤਾਂ ਵੇਲ ਹੀ ਕੋਈ ਨਹੀਂ ਕੰਮ ਤੋਂ, ਇੱਕ ਕੰਮ ਤੋਂ ਹਟਦਾ ਦੂਜੇ, ਇੰਨਾ ਬਿਜ਼ੀ ਹੈ। ਤੇ ਭਗਤ ਇਹੋ ਜਿਹੇ ਥੋੜ੍ਹਾ ਹੁੰਦੇ ਨੇ ਜਿਹੜੇ ਟੱਬਰ ਪਾਲਦੇ ਹੋਣ, ਜਿਹੜੇ ਕਿਰਤਕਾਰ ਕਰਦੇ ਹੋਣ, ਜਿਹੜੇ ਕੰਮ ਵਿੱਚ ਹੀ ਹਰ ਵੇਲੇ ਮਸ਼ਰੂਫ ਹੋਣ, ਬਿਜ਼ੀ ਹੋਣ। ਉਹ ਧੱਕਾ ਦਰਅਸਲ ਭਗਤੀ ਨੂੰ ਨਹੀਂ ਵੱਜ ਰਿਹਾ ਹੁੰਦਾ, ਉਹ ਤੁਹਾਡੇ ਅੰਦਰ ਜਿਹੜੀ ਤੁਸੀਂ ਇਮੇਜ ਕ੍ਰੀਏਟ ਕਰ ਲਈ ਦਿਮਾਗ ਵਿੱਚ, ਉਹਨੂੰ ਵੱਜ ਰਿਹਾ। ਉਹ ਜਿਹੜੀ ਇਮੇਜ ਕ੍ਰੀਏਟ ਕੀਤੀ ਗਈ ਹੈ ਨਾ, ਜਿਹੜੀ ਸਾਡੇ ਅੰਦਰ ਇੱਕ ਢਾਂਚਾ ਬਣ ਗਿਆ ਹੁੰਦਾ ਹੈ, ਜਿਹੜੀ ਤਸਵੀਰ ਸਾਡੇ ਅੰਦਰ ਬਣ ਗਈ। ਹੁਣ ਅਗਲਾ ਪ੍ਰਸ਼ਨ ਇਹ ਹੁੰਦਾ ਹੈ, ਸਮਝਣ ਵਾਲੀ ਗੱਲ ਹੈ ਵੀ ਇਹ ਤਸਵੀਰ ਸਾਡੇ ਅੰਦਰ ਬਣਾਈ ਕਿਹਨੇ? ਬਹੁਤ ਅਹਿਮ ਮਸਲਾ ਹੈ।
ਇਹ ਤਸਵੀਰ ਅਸੀਂ ਕਿਸ ਤਰ੍ਹਾਂ ਬਣਾਉਂਦੇ ਹਾਂ? ਅਸੀਂ ਜੋ ਆਲੇ ਦੁਆਲੇ ਤੋਂ ਸੁਣਦੇ ਹਾਂ, ਜੋ ਆਲੇ ਦੁਆਲੇ ਵਿੱਚ ਪ੍ਰਭਾਵ ਹੁੰਦਾ ਹੈ ਜਿਨ੍ਹਾਂ ਗੱਲਾਂ ਦਾ, ਉਹਨਾਂ ਤੋਂ ਸੁਣ ਕੇ, ਵੇਖ ਕੇ, ਪੜ੍ਹ ਕੇ, ਆਲੇ ਦੁਆਲੇ ਤੋਂ, ਇਨਵਾਇਰਮੈਂਟ ਤੋਂ ਪ੍ਰਭਾਵ ਅਸੀਂ ਜਿਹੜਾ ਕਬੂਲ ਕਰਦੇ, ਉਹਦੇ ਮੁਤਾਬਕ ਸਾਡੇ ਮਨ ਵਿੱਚ, ਸਾਡੇ ਦਿਮਾਗ ਵਿੱਚ ਇੱਕ ਤਸਵੀਰ ਘੜੀ ਜਾਂਦੀ ਤੇ ਤੁਹਾਡੀ ਉਸ ਤਸਵੀਰ ਤੋਂ ਬਿਲਕੁਲ ਅੱਗੇ ਉਲਟ ਹੋਵੇ ਸਾਰਾ ਕੁਝ, ਜੋ ਤੁਸੀਂ ਵੇਖੋ ਤੇ ਤੁਸੀਂ ਬਲੀਵ ਨਹੀਂ ਕਰੋਗੇ, ਤੁਸੀਂ ਯਕੀਨ ਨਹੀਂ ਕਰੋਗੇ, ਤੁਸੀਂ ਕਹੋਗੇ ਇੱਦਾਂ ਕਿੱਦਾਂ ਹੋ ਸਕਦਾ? ਕਿਉਂਕਿ ਜਿਹੜੀ ਤਸਵੀਰ ਤੁਸੀਂ ਬਣਾਈ ਉਹਨੂੰ ਬੜਾ ਸਮਾਂ ਲੱਗਿਆ ਤੁਹਾਡੇ ਮਨ 'ਚ ਬਣਨ ਦੇ ਉੱਤੇ, ਉਹ ਤੁਹਾਡੇ ਮਨ 'ਚ ਪੱਕ ਗਈ ਹੈ, ਬੈਠ ਗਈ ਹੈ, ਤੁਸੀਂ ਉਹਨੂੰ ਹੀ ਸਹੀ ਮੰਨਦੇ ਹੋ। ਪਰ ਜਦੋਂ ਤੁਸੀਂ ਬਿਲਕੁਲ ਉਸ ਤੋਂ ਉਲਟ ਅੱਗੇ ਵੇਖਦੇ ਹੋ ਤਾਂ ਤੁਹਾਨੂੰ ਲੱਗਦਾ ਨਹੀਂ ਨਹੀਂ, ਇਹ ਗੱਲ ਕਿਵੇਂ ਹੋ ਸਕਦੀ, ਗੱਲ ਤੇ ਇਵੇਂ ਹੁੰਦੀ ਹੈ। ਤੇ ਜਦੋਂ ਤੁਹਾਡਾ ਭਰਮ ਟੁੱਟ ਜਾਏ ਤੁਸੀਂ ਹੈਰਾਨ ਹੁੰਦੇ ਹੋ ਵੀ ਅਸੀਂ ਇੰਨਾ ਚਿਰ ਐਵੇਂ ਆਹ ਚੀਜ਼ ਮੰਨਦੇ ਰਹੇ। ਪਹਿਲੀ ਤੇ ਗੱਲ ਮਨੁੱਖ ਮੰਨਦਾ ਹੀ ਨਹੀਂ, ਉਹ ਕਹਿੰਦਾ ਨਹੀਂ ਜੋ ਮੇਰੇ ਦਿਮਾਗ 'ਚ ਬਹਿ ਗਿਆ ਉਹ 100% ਸੱਚ ਹੈ, ਇਹ ਇਮੇਜ ਸਹੀ ਹੈ, ਭਾਵੇਂ ਗਲਤ ਹੈ, ਭਾਵੇਂ ਜਿੰਨੀ ਵੀ ਹੈ ਸਹੀ ਹੈ। ਉਹ ਦੂਜੀ ਚੀਜ਼ ਨੂੰ ਪ੍ਰਵਾਨ ਹੀ ਨਹੀਂ, ਅਸੈਪਟ ਹੀ ਨਹੀਂ ਕਰੇਗਾ। ਤੇ ਜੇ ਉਹ ਟੁੱਟ ਜਾਏ, ਤੁਹਾਡੇ ਅੰਦਰ ਜਗਿਆਸਾ ਹੀ ਹੈ ਜਿਹੜੀ ਉਹ ਤਸਵੀਰ ਤੋੜ ਸਕਦੀ ਹੈ, ਨਹੀਂ ਤੇ ਉਹ ਟੁੱਟਦੀ ਨਹੀਂ ਛੇਤੀ। ਸਮਝਣ ਦੀ ਬਿਰਤੀ, ਜਗਿਆਸਾ, ਭੁੱਖ, ਤਲਬ, ਸੱਚ ਦੀ ਅਭਿਲਾਖਾ, ਜਦੋਂ ਉਹ ਪੈਦਾ ਹੁੰਦੀ ਹੈ ਤੁਹਾਡੇ ਅੰਦਰ ਤੇ ਫਿਰ ਤੁਹਾਡੇ ਭਰਮ ਆਪਣੇ ਆਪ ਤੁਸੀਂ ਤੋੜਦੇ ਹੋ ਉਹਨਾਂ ਭਰਮਾਂ ਨੂੰ, ਭਰਮ ਤੁਹਾਡੇ ਟੁੱਟਦੇ ਨੇ। ਜਦੋਂ ਉਹ ਭਰਮ ਟੁੱਟਦੇ ਨੇ ਤੁਹਾਨੂੰ ਲੱਗਦਾ ਹੈ ਕਿ ਮੇਰੇ ਅੰਦਰ ਜਿੰਨਾ ਕੁਝ ਵੀ ਮੈਂ ਅੱਜ ਤੱਕ ਢੋਇਆ, ਅੰਧਕਾਰ ਢੋਇਆ, ਭਰਮ ਪੈਦਾ ਕੀਤੇ, ਉਹ ਸਾਰੇ ਮੁੱਕ ਗਏ। ਇਸ ਨੂੰ ਹਜ਼ੂਰ ਨੇ ਬਾਣੀ ਦੇ ਵਿੱਚ ਕਿਹਾ ਹੈ, ਗੁਰਮਿਲ ਭਰਮ ਗਵਾਇਆ ਹੈ। ਗੁਰੂ ਉਸਾਰਦਾ ਵੀ ਹੈ, ਪਰ ਉਸਾਰਨ ਤੋਂ ਪਹਿਲਾਂ ਤੋੜਦਾ ਵੀ ਬਹੁਤ ਕੁਝ ਹੈ। ਉਹ ਟੁੱਟ ਭੱਜ ਹੀ ਬੰਦੇ ਨੂੰ ਬਰਦਾਸ਼ਤ ਨਹੀਂ ਹੁੰਦੀ। ਇਸ ਲਈ ਕਈ ਸੱਜਣ ਕਹਿੰਦੇ ਹੁਕਮਨਾਮਾ ਮਿੱਠਾ ਜਿਹਾ ਲਿਓ। ਉਹਨਾਂ ਨੂੰ 2-3 ਗੱਲਾਂ ਵਿੱਚੋਂ ਚਾਹੀਦੀਆਂ ਹੁੰਦੀਆਂ ਨੇ, ਖੁਸ਼ੀਆਂ, ਪਾਤਸ਼ਾਹੀਆਂ, ਆਨੰਦ, ਇਹੋ ਜਿਹੀਆਂ ਬਸ। ਦੁੱਖ ਨਹੀਂ ਆਵੇਗਾ, 3-4 ਗੱਲਾਂ ਨੇ ਉਹਨਾਂ ਨੂੰ ਹੁਕਮਨਾਮੇ 'ਚੋਂ ਇੰਨੀ ਕੀ ਸਮਝ ਆਉਂਦੀ, ਬਾਕੀ ਨਹੀਂ ਆਉਂਦੀ। ਉਹ ਕਹਿਣਗੇ ਜੀ ਬਹੁਤ ਵਧੀਆ ਹੁਕਮਨਾਮਾ, ਤੇ ਜਿੱਥੇ ਇਹ ਗੱਲ ਆ ਜਾਏ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਤੇ ਮੁੰਡੇ ਕੁੜੀ ਦਾ ਹੋਵੇ ਵਿਆਹ ਤੇ ਹੋਵੇ ਆਨੰਦ ਕਾਰਜ, ਤੇ ਬਹੁਤੇ ਤਾਂ ਗ੍ਰੰਥੀ ਵੱਲ ਹੀ ਔਖਾ ਜਿਹਾ ਵੇਖਣਗੇ ਕਿਹੋ ਜਿਹਾ ਹੁਕਮਨਾਮਾ ਲਿਆ, ਜਿਵੇਂ ਗ੍ਰੰਥੀ ਦੇ ਜੇਬ 'ਚੋਂ ਕੱਢ ਕੇ ਲਿਆ। ਕਿਉਂਕਿ ਤੁਹਾਡੇ ਮਨ ਵਿੱਚ ਇਹ ਗੱਲ ਬੈਠ ਜਾਂਦੀ ਹੈ ਵੀ ਆਹ ਹੁਕਮਨਾਮਾ ਜਿਸ ਵਿੱਚ ਮੌਤ ਦਾ ਜ਼ਿਕਰ ਹੈ ਸਹੀ ਵਕਤ ਉੱਤੇ ਨਹੀਂ ਲਿਆ ਗਿਆ। ਪਰ ਗੁਰੂ ਤਾਂ ਤੁਹਾਡੇ ਅੰਦਰੋਂ ਕੁਝ ਤੋੜਨਾ ਚਾਹੁੰਦਾ ਹੈ, ਉਹ ਭਰਮ ਵੀ ਇਹ ਸਦਾ ਰਹਿਣ ਵਾਲੀ ਖੁਸ਼ੀ ਹੈ, ਇਹੀ ਤਾਂ ਭਰਮ ਤੋੜਨਾ ਹੈ ਸਤਿਗੁਰੂ ਨੇ। ਤੁਸੀਂ ਉਸ ਖੁਸ਼ੀ ਦੀ ਕੀਮਤ ਪਾਓਗੇ ਵੀ ਤਾਂ ਜੇ ਤੁਹਾਨੂੰ ਸਮਝ ਪਏਗੀ ਵੀ ਇਹ ਬੜੀ ਰੇਅਰ ਹੈ, ਬੜੀ ਥੋੜ੍ਹੇ ਸਮੇਂ ਦੀ ਹੈ, ਤੇ ਇਹਨੂੰ ਇੰਜੋਏ ਕਰੀਏ। ਆਪਾਂ ਕਈ ਵਾਰ ਵਹਿੰਦੇ ਹਾਂ ਨਾ, 36 ਪ੍ਰਕਾਰ ਦੇ ਪਕਵਾਨ ਤੁਹਾਡੇ ਡਾਈਨਿੰਗ ਟੇਬਲ 'ਤੇ ਸੱਜੇ ਹੋਣ, ਤੁਹਾਨੂੰ ਸਵਾਦ ਨਹੀਂ ਆਏਗਾ। ਬਿਲਕੁਲ ਥੋੜ੍ਹੀ ਜਿਹੀ ਚੀਜ਼ ਤੁਹਾਡੇ ਕੋਲ ਹੋਵੇ ਖਾਣ ਵਾਸਤੇ, ਤੁਸੀਂ ਉਹਨੂੰ ਜ਼ਿਆਦਾ ਇੰਜੋਏ ਕਰੋ। ਤੁਹਾਨੂੰ ਪਤਾ ਵੀ ਉਹ ਥੋੜ੍ਹੀ ਹੈ ਤੇ ਇੰਨੀ ਕੀ ਹੈ, ਲਿਮਟਡ ਹੈ। ਕਈ ਵਾਰ ਕਿਸੇ ਚੀਜ਼ ਦੀ ਬਹੁਤਾਤ ਜਿਹੜੀ ਹੈ ਉਹ ਜੀਵਨ ਦਾ ਸਵਾਦ ਖਤਮ ਕਰ ਦਿੰਦੀ ਹੈ। ਹਜ਼ੂਰ ਤਾਂ ਸਾਨੂੰ ਸਮਝਾ ਰਹੇ ਨੇ ਵੀ ਦੁਨੀਆ ਦੀ ਕੋਈ ਚੀਜ਼ ਨਹੀਂ ਟਿਕਦੀ, ਨਾ ਸਰੀਰ, ਨਾ ਖੁਸ਼ੀ, ਨਾ ਪ੍ਰਭਤਾ, ਨਾ ਮਾਣ, ਹਰ ਸਮਾਂ ਵੀ ਇੱਕੋ ਜਿਹਾ ਨਹੀਂ ਰਹਿੰਦਾ। ਇਹ ਭਰਮ ਸਾਡੇ ਅੰਦਰ ਜਿਹੜਾ ਬਣਿਆ ਸਦਾ ਇਵੇਂ ਰਹਿਣਾ, ਇਹ ਭਰਮ ਹੀ ਤਾਂ ਹਜ਼ੂਰ ਨੇ ਤੋੜਨਾ, ਤੇ ਉਦੋਂ ਬਾਅਦ ਹੀ ਤਾਂ ਸੱਚ ਪੈਦਾ ਹੋਣਾ। ਜਿਵੇਂ ਪੁਰਾਣਾ ਮਕਾਨ ਢਾਉਣ ਤੋਂ ਬਿਨਾਂ ਉਸੇ ਥਾਂ ਦੇ ਉੱਤੇ ਜੇ ਮਕਾਨ ਬਣਾਉਣਾ ਚਾਹੋ ਤੇ ਤਾਂ ਹੀ ਬਣ ਸਕਦਾ ਨਵਾਂ, ਜੇ ਪੁਰਾਣਾ ਢਾਓਗੇ, ਨੀਹਾਂ ਤੋਂ ਪੁੱਟ ਦਿਓਗੇ ਤਾਂ ਪਹਿਲਾਂ ਤੋੜਨ ਦੀ ਵਾਰੀ ਆਏਗੀ। ਉੱਥੋਂ ਹੀ ਬੰਦਾ ਚੱਲਦਾ ਹੈ। ਉਹ ਚੀਜ਼ ਹੀ ਬਰਦਾਸ਼ਤ ਨਹੀਂ ਹੁੰਦੀ। ਮੈਂ 40 ਸਾਲ ਤੋਂ ਜਿਹੜੀ ਚੀਜ਼ ਬਣਾ ਕੇ ਰੱਖੀ ਹੈ, ਗੁਰੂ ਉਹਨੂੰ ਤੋੜੇਗਾ? ਸਤਿਗੁਰੂ ਕਹਿੰਦਾ ਮੈਂ ਤੈਨੂੰ ਨਵਾਂ ਘਰ ਬਣਾ ਕੇ ਦਿਆਂਗਾ, ਪਰ ਬਣਨਾ ਤੇ ਇਸੇ ਜਗ੍ਹਾ 'ਤੇ ਇਹਨੂੰ ਤੋੜਨਾ ਪਏਗਾ। ਤੇ ਜੇ ਤੂੰ ਇਹਦੇ ਖੰਡਰ 'ਚ ਹੀ ਰਹਿਣਾ ਚਾਹੁੰਦਾ, ਉਹ ਤੇਰੀ ਮਰਜ਼ੀ ਹੈ, ਮੈਂ ਧੱਕਾ ਨਹੀਂ ਕਰਦਾ, ਜ਼ਬਰਦਸਤੀ ਨਹੀਂ ਤੋੜਾਂਗਾ। ਤੂੰ ਅਲਾਓ ਕਰੇਂਗਾ ਤੇ ਤੋੜਾਂ, ਤੂੰ ਸਹਿਮਤ ਹੋਵੇਂਗਾ ਤੇ ਤਾਂ ਟੁੱਟ ਭੱਜ ਸ਼ੁਰੂ ਹੋਏਗੀ, ਵਰਨਾ ਨਹੀਂ ਹੋਏਗੀ। ਇਹ ਗੁਰੂ ਨਾਲ ਕੰਟਰੈਕਟ ਹੋ ਕਿ ਸਤਿਗੁਰੂ ਮੈਂ ਨਵਾਂ ਜੀਵਨ ਚਾਹੁੰਦਾ। ਹਜ਼ੂਰ ਕਹਿਣਗੇ ਫਿਰ ਪੁਰਾਣੇ ਦਾ ਕੀ ਕਰਨਾ ਹੈ, ਉਹਦਾ ਕੀ ਬਣੇਗਾ?
ਜਦੋਂ ਆਪਾਂ ਖੰਡੇ ਕੀ ਪੌਲ ਛਕਦੇ ਹਾਂ, ਮੈਂ ਇੱਕ ਉਦਾਹਰਣ ਦੇਣਾ, ਤੇ ਹਜ਼ੂਰ ਦੀ ਸਿੱਖਿਆ ਮੁਤਾਬਕ ਪੰਜ ਪਿਆਰੇ ਸਾਹਿਬਾਨ ਕੀ ਕਹਿੰਦੇ ਆ, ਅੱਜ ਤੋਂ ਤੁਹਾਡੀ ਜ਼ਾਤ ਨਾਸ਼, ਕੁਲ ਨਾਸ਼, ਕਿਰਤ ਨਾਸ਼, ਕਰਮ ਨਾਸ਼, ਧਰਮ ਨਾਸ਼। ਜੇ ਤੁਸੀਂ ਉੱਥੇ ਹੀ ਕਹਿ ਦਿਓ ਨਾ, ਉੱਥੇ ਅਸੀਂ ਕਹਿੰਦੇ ਨਹੀਂ ਵੈਸੇ, ਕਿਉਂਕਿ ਅਸੀਂ ਮੰਨਣਾ ਤੇ ਹੁੰਦਾ ਨਹੀਂ। ਜੇ ਅਸੀਂ ਉੱਥੇ ਹੀ ਕਹਿ ਦਈਏ ਜੀ ਆਹ ਗੱਲ ਨਹੀਂ ਅਸੀਂ ਪ੍ਰਵਾਨ ਕਰਦੇ, ਤੇ ਮੇਰਾ ਖਿਆਲ ਨਹੀਂ ਸਾਨੂੰ ਖੰਡੇ ਕੀ ਪੌਲ ਦਿੱਤੀ ਜਾਏ। ਉਹ ਕਹਿਣਗੇ ਤੁਸੀਂ ਫਿਰ ਜਾਓ। ਰੂਲ ਇਹ ਹੈ ਵੀ ਕੁੱਲ, ਕਿਰਤ, ਕਰਮ, ਧਰਮ, ਜੇ ਤੁਸੀਂ ਪੁਰਾਣਾ ਸਾਰਾ ਕੁਝ ਚੁੱਕ ਕੇ ਲਿਆਉਣਾ ਹੈ, ਫਿਰ ਤੁਸੀਂ ਖਾਲਸੇ ਕਾਹਦੇ ਹੋਏ? ਫਿਰ ਤਾਂ ਤੁਸੀਂ ਸਭ ਕੁਝ ਇਕੱਠਾ ਹੀ ਕਰੀ ਜਾ ਰਹੇ ਹੋ। ਉੱਥੇ ਸਾਨੂੰ ਸਮਝਾਇਆ ਅੱਜ ਤੋਂ ਇਹ ਸਾਰਾ ਕੁਝ ਨਾਸ਼ ਹੈ, ਭਾਵ ਇਹਦਾ ਤੁਹਾਨੂੰ ਪਿਛੋਕੜ ਛੱਡਣਾ ਪਏਗਾ, ਫਿਰ ਤੁਸੀਂ ਖਾਲਸੇ ਹੋ। ਤੇ ਉੱਥੇ ਅਸੀਂ ਐਕਸੈਪਟ ਕਰਕੇ ਆਉਂਦੇ ਹਾਂ ਸਾਰੇ। ਆਪਾਂ ਜਦੋਂ ਕਹਿੰਦੇ ਨਾ ਗੁਰੂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ, ਤੇ ਆਪਾਂ ਸਾਰੇ ਆਪਣੇ ਗਿਰੇਬਾਨ 'ਚ ਝਾਤੀ ਮਾਰੀਏ। ਜਦੋਂ ਪੰਜ ਪਿਆਰਿਆਂ ਨੇ ਸਾਨੂੰ ਕਿਹਾ ਸੀ ਵੀ ਐਕਸੈਪਟ ਕਰਦੇ ਹੋ, ਅਸੀਂ ਕਿਹਾ ਸੀ ਹਾਂ, ਤੇ ਮਗਰੋਂ ਆ ਕੇ ਮੁੱਕਰ ਗਏ। ਅਸੀਂ ਮਗਰੋਂ ਆ ਕੇ ਅਸੀਂ ਭੁੱਲ ਗਏ। ਤੇ ਹੁਣ ਇੱਥੇ ਕੀ ਕੀਤਾ ਜਾ ਸਕਦਾ ਹੈ? ਕਹਿਣ ਨੂੰ ਅਸੀਂ ਸਾਰੇ ਹੀ ਧਾਰਮਿਕ ਹਾਂ, ਪਰ ਅਸੀਂ ਕਿੱਡੀਆਂ ਵੱਡੀਆਂ ਗੱਲਾਂ ਮੁੱਕ ਰਹੇ ਹਾਂ। ਜਦੋਂ ਉਹਨਾਂ ਕਿਹਾ ਤੁਹਾਡਾ ਧਰਮ ਨਾਸ਼, ਤੇ ਦੂਜੇ ਧਰਮਾਂ ਦੀ ਅਸੀਂ ਗੱਲ ਛੱਡੀ ਕਿਹੜੀ ਹੈ? ਜਦੋਂ ਉਹਨਾਂ ਕਿਹਾ ਸੀ ਕਰਮ ਨਾਸ਼, ਤੇ ਅਜੇ ਵੀ ਅਸੀਂ ਦੁਹਾਈ ਦੇਣੇ ਵੀ ਮੇਰਾ ਪਿਓ ਐਵੇਂ ਕਰਦਾ ਸੀ, ਦਾਦਾ ਕਰਦਾ, ਪੜਦਾਦਾ ਕਰਦਾ ਸੀ, ਭਾਵੇਂ ਉਹ ਗੁਰੂ ਦੀ ਮਾਤ ਨਾਲ ਮੇਲ ਨਹੀਂ ਖਾਂਦਾ ਜੀ, ਅਸੀਂ ਤਾਂ ਉਵੇਂ ਹੀ ਕਰਨਾ ਕਿਉਂਕਿ ਮੇਰਾ ਦਾਦਾ ਕਰਦਾ ਸੀ। ਗੁਰੂ ਨਾਨਕ ਸਾਹਿਬ ਕੋਲ ਵੀ ਇਹ ਦਲੀਲ ਸੀ। ਜਦੋਂ ਉਹਨਾਂ ਨੂੰ ਜਨੇਊ ਪਾਇਆ ਜਾਣਾ ਸੀ ਤਾਂ ਕਿਹਾ ਜੀ ਤੁਹਾਡੇ ਪਿਤਾ ਨੇ ਪਾਇਆ, ਦਾਦੇ ਨੇ ਪਾਇਆ? ਉਹਨਾਂ ਕਿਹਾ ਪਾਇਆ ਹੋਏਗਾ, ਮੈਂ ਨਹੀਂ ਪਾ ਸਕਦਾ। ਜਦੋਂ ਪਿਓ ਦਾਦੇ ਵੱਲ ਵੇਖਿਆ ਜਾਂਦਾ ਤੇ ਅੱਜ ਸਾਡੇ ਸਾਰਿਆਂ ਦੇ ਗਲਾਂ 'ਚ ਜਨੇਊ ਹੁੰਦੇ, ਪਰ ਇਹਨੂੰ ਕਰਮ ਨਾਸ਼ ਕਹਿੰਦੇ ਹਨ। ਤਾਂ ਕਹਿਣ ਤੋਂ ਭਾਵ ਇਹ ਹੈ, ਉਸਾਰੀ ਤਦ ਹੋਏਗੀ ਨਵੇਂ ਜੀਵਨ ਦੀ ਜਦੋਂ ਪੁਰਾਣਾ ਢਹਿਣਾ ਸ਼ੁਰੂ ਹੋਏਗਾ। ਟੁੱਟਣਾ ਤੇ ਸਿਰਜਣਾ, ਇਹ ਦੋਵੇਂ ਚੀਜ਼ਾਂ ਪੈਰਾਲਲ ਚੱਲਦੀਆਂ, ਬਰਾਬਰ ਚੱਲਣਗੀਆਂ। ਹੁਣ ਭਗਤ ਤ੍ਰਿਲੋਚਨ ਦੇ ਅੰਦਰ ਜਿਹੜੀ ਤਸਵੀਰ ਬਣੀ ਹੋਈ ਸੀ ਉਹ ਕੁਝ ਹੋਰ ਸੀ। ਜਦੋਂ ਉਹਨਾਂ ਨੇ ਕੱਪੜੇ ਛਾਂਡਦਿਆਂ, ਧੋਂਦਿਆਂ, ਐਨ ਮਿਹਨਤ ਕਰਦਿਆਂ ਹੋਇਆਂ ਵੇਖਿਆ ਭਗਤ ਨਾਮਦੇਵ ਸਾਹਿਬ ਨਦੀ ਦੇ ਘਾਟ ਉੱਤੇ, ਉਹ ਹੈਰਾਨ ਹੋਏ। ਤੇ ਫਿਰ ਜਿਹੜਾ ਮਿਲਣ ਗਿਆ ਸੀ ਉਹਨੇ 4 ਘੜੀਆਂ ਰੁਕਣਾ ਵੀ ਸੀ, ਤੇ ਭਗਤ ਜੀ ਕੋਲ ਵੇਲ ਨਹੀਂ, ਉਹ ਨਾਲ ਗੱਲਾਂ ਕਰੀ ਜਾ ਰਹੇ, ਨਾਲ ਨਾਲ ਆਪਣਾ ਕੰਮ ਕਰੀ ਜਾ ਰਹੇ ਨੇ। ਤਾਂ ਮਨ 'ਚ ਭਾਵ ਆਇਆ, ਸਵਾਲ ਆਇਆ, ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ, ਕਾਹੇ ਛੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਤਾਂ ਨਾਮਦੇਵ ਸਾਹਿਬ ਨੇ ਜਿਹੜਾ ਉੱਤਰ ਦਿੱਤਾ, ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਭਰਮ ਖੰਡ ਦਿੱਤਾ, ਭਗਤੀ ਦੇ ਅਸਲ ਅਰਥ ਸਮਝਾਇਆ। ਔਰ ਭਗਤ ਨਾਮਦੇਵ ਸਾਹਿਬ ਜੀ ਤੇ ਤ੍ਰਿਲੋਚਨ ਮਹਾਰਾਜ ਦੇ ਵਿਚਕਾਰ ਇਹ ਵਾਰਤਾਲਾਪ ਭਗਤੀ ਮਾਰਗ ਤੇ ਚੱਲਣ ਵਾਲਿਆਂ ਨੇ ਇੰਨਾ ਜ਼ਿਆਦਾ ਹਾਈਲਾਈਟ ਹੋਇਆ, ਇੰਨਾ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਇਆ ਕਿ ਕਬੀਰ ਸਾਹਿਬ ਨੇ ਇਹਨੂੰ ਕੋਡ ਕੀਤਾ ਆਪਣੇ ਸ਼ਲੋਕਾਂ ਵਿੱਚ। ਲਿਖਿਆ ਕਬੀਰ ਸਾਹਿਬ ਨੇ, ਕਬੀਰ ਸਾਹਿਬ ਮਗਰੋਂ ਹੋਏ ਨੇ। ਇਹਦਾ ਮਤਲਬ ਇਹ ਗੱਲ ਭਗਤੀ ਮਾਰਗ ਤੇ ਚੱਲਣ ਵਾਲਿਆਂ ਲਈ, ਔਰ ਭਗਤ ਕਬੀਰ ਸਾਹਿਬ ਦੇ ਸਾਹਮਣੇ ਇਹ ਵਾਰਤਾਲਾਪ ਮਸ਼ਹੂਰ ਹੀ ਨਹੀਂ ਸੀ, ਬਲਕਿ ਭਗਤ ਨਾਮਦੇਵ ਸਾਹਿਬ ਦਾ ਆਹ ਜਿਹੜਾ ਸ਼ਬਦ ਆਪਾਂ ਅੱਜ ਪੜ੍ਹਿਆ ਇਹ ਵੀ ਉਹਨਾਂ ਦੇ ਸਾਹਮਣੇ ਸੀ। ਤੇ ਸ਼ਬਦ ਦੇ ਵਿੱਚ ਭਗਤ ਨਾਮਦੇਵ ਸਾਹਿਬ ਤ੍ਰਿਲੋਚਨ ਜੀ ਨੂੰ ਹੀ ਕੁਝ ਸਮਝਾ ਰਹੇ। ਤੋ ਰਹਾਉ ਦੇ ਬੰਦ ਵਿੱਚ ਕਹਿੰਦੇ ਨੇ, ਮਨ ਰਾਮ ਨਾਮਾ ਬੇਦੀ ਅਲੇ। ਬੇਦੀ ਅਲੇ ਦਾ ਅਰਥ ਹੁੰਦਾ ਹੈ ਵਿੰਨ ਦੇਣਾ। ਮਨ ਨੂੰ ਰਾਮ ਦਾ ਭਾਵ ਹੈ ਰਮੇ ਹੋਏ ਸਰਵ ਵਿਆਪੀ ਪਰਮੇਸ਼ਰ ਦੇ, ਨਾਮ ਦਾ ਭਾਵ ਹੈ ਉਹਦੀ ਹੋਂਦ ਦੇ ਅਹਿਸਾਸ ਵਿੱਚ ਇੱਕ ਸੁਰ ਕਰ ਦੇਣਾ। ਐਸਾ ਕੋਈ ਪਲ ਜ਼ਿੰਦਗੀ ਵਿੱਚ ਨਾ ਹੋਵੇ, ਜੈਸੀ ਕੋਈ ਥਾਂ ਨਾ ਹੋਵੇ ਜਿੱਥੇ ਤੁਹਾਡੇ ਅੰਦਰ ਇਹ ਅਹਿਸਾਸ ਤੇ ਤੁਹਾਡੇ ਅੰਦਰ ਇਹ ਫੀਲਿੰਗ ਨਾ ਹੋਵੇ ਕਿ ਪਰਮੇਸ਼ਰ ਵਾਹਿਗੁਰੂ ਸਰਵ ਵਿਆਪੀ ਹੈ, ਹਰ ਜਗ੍ਹਾ ਤੇ ਉਹ ਹੈ, ਉਹਦੀ ਹੋਂਦ ਹਰ ਜਗ੍ਹਾ ਦੇ ਉੱਤੇ ਵਿਆਪਕ ਹੈ। ਜਦੋਂ ਇਹ ਅਹਿਸਾਸ ਤੁਹਾਡੇ ਅੰਦਰੋਂ ਮਨਫੀ ਹੋਇਆ, ਖਤਮ ਹੋਇਆ, ਤੁਸੀਂ ਇਸ ਉਪਦੇਸ਼ ਨੂੰ ਭੁੱਲ ਗਏ, ਤੁਸੀਂ ਉਹਦੇ ਤੋਂ ਟੁੱਟ ਗਏ। ਤੁਹਾਡੇ ਅੰਦਰ ਦੂਈ ਦਵੈਤ ਉਪਜੇਗੀ, ਹਉਮੈ ਉਪਜੇਗੀ ਵੀ ਮੈਂ ਕੁਝ ਵੱਖਰਾ ਤੇ ਉਹ ਕੁਝ ਵੱਖਰਾ ਹੈ। ਇਹ ਤੱਥ ਬੜੀ ਵਾਰ ਭਗਤ ਸਾਹਿਬਾਨਾਂ ਦੀ ਬਾਣੀ 'ਚ ਬਿਆਨ ਕੀਤਾ, ਆਪਾਂ ਪਿੱਛੇ ਪੜ੍ਹਿਆ।
ਔਰ ਇਹੀ ਸਭ ਤੋਂ ਬੇਸਿਕ ਚੀਜ਼ ਹੈ। ਸਭ ਤੋਂ ਬੇਸਿਕ ਚੀਜ਼ ਜਦੋਂ ਧਰਮ ਮਾਰਗ ਉੱਤੇ ਚੱਲਣਾ, ਭਗਤੀ ਮਾਰਗ ਉੱਤੇ ਚੱਲਣਾ, ਤੇ ਇਸ ਬੇਸਿਕ ਰੂਲ ਨੂੰ, ਇਸ ਫਿਲਾਸਫੀ ਨੂੰ ਇੰਪਲੀਮੈਂਟ ਕਰਨਾ ਹੈ ਆਪਣੇ ਜੀਵਨ 'ਚ। ਇਹਦੇ ਤੋਂ ਬਿਨਾਂ ਅਗਲਾ ਸਫ਼ਰ ਨਹੀਂ ਹੋਣਾ। ਯਾਨੀ ਕਿ ਪਰਮੇਸ਼ਰ ਦੀ ਗੈਰ ਹਾਜ਼ਰੀ ਵਿੱਚ ਭਗਤੀ ਨਹੀਂ ਹੋ ਸਕਦੀ, ਇਉਂ ਕਹਿ ਲਓ। ਸਦਾ ਉਹਨੂੰ ਹਾਜ਼ਰ ਸਮਝਣਾ ਹੈ ਤੇ ਆਪਣੇ ਆਪ ਨੂੰ ਉਹਦੇ ਹਜ਼ੂਰ ਸਮਝਣਾ ਹੈ। ਉਹਨੂੰ ਹਾਜ਼ਰ ਸਮਝਣਾ ਵੀ ਉਹ ਹੈ। ਦੋ ਚੀਜ਼ਾਂ ਨਾ, ਇੱਕ ਤਾਂ ਅਸੀਂ ਜੇ ਇਹ ਮੰਨਿਆ ਵੀ ਉਹ ਹੈ ਤੇ ਹਰ ਜਗ੍ਹਾ ਤੇ, ਜਿੱਥੇ ਮੈਂ ਹਾਂ ਉੱਥੇ ਹੀ ਹੈ। ਜਿੱਥੇ ਹੋ ਜਾਈ ਤੂੰ ਸਭਨੀ ਥਾਈ, ਜਿੱਥੇ ਹੋ ਜਾਈ ਸੱਚਾ ਸਿਰਜਣਹਾਰ ਜੀਓ। ਤੇ ਅਗਲਾ ਪੱਖ ਹੈ ਵੀ ਮੈਂ ਆਪਣੇ ਆਪ ਨੂੰ ਉਹਦੀ ਹਜ਼ੂਰੀ ਵਿੱਚ ਮਹਿਸੂਸ ਕਰਦਾ, ਮੈਂ ਜਿੱਥੇ ਵੀ ਹੋਵਾਂ ਉਹਦੀ ਹਜ਼ੂਰੀ ਮਾਣ ਰਿਹਾ। ਜਦੋਂ ਤੁਸੀਂ ਇਹ ਸਮਝਿਆ ਵੀ ਉਹ ਹੈ, ਪਰ ਮੈਂ ਕਿਹੜਾ ਉਹਦੇ ਨੇੜੇ ਆ, ਜਾਓ ਕਿਹੜਾ ਮੇਰੇ ਨੇੜੇ ਹੈ, ਤੇ ਹੈ ਤੇ ਸਹੀ, ਪਰ ਉਹ ਮੇਰੇ ਨੇੜੇ ਨਹੀਂ। ਫਿਰ ਤੁਸੀਂ ਆਪਣੇ ਆਪ ਨੂੰ ਅਲਾਓ ਕਰ ਦਿੱਤਾ। ਕੌਣ ਵੇਖਦਾ, ਕੌਣ ਜਾਣਦਾ, ਕਿਹਨੂੰ ਪਤਾ ਹੈ ਕਿੱਥੇ ਰਹਿੰਦਾ ਹੈ? ਉਹ ਕਿਤੇ ਦੂਰ ਰਹਿੰਦਾ। ਤੇ ਜਦੋਂ ਅਸੀਂ ਇਹ ਪਹਿਲੇ ਨਿਯਮ ਨੂੰ ਫੋਲੋ ਕਰ ਲਿਆ, ਤੇ ਫਿਰ ਦੂਜਾ ਕੀ ਹੋਏਗਾ ਵੀ ਮੈਂ ਉਹਦੇ ਹਜ਼ੂਰ ਹਾਂ, ਮੈਂ ਉਹਦੀ ਹਾਜ਼ਰੀ ਵਿੱਚ ਹਾਂ, ਉਹਦੀ ਹਜ਼ੂਰੀ ਵਿੱਚ ਹਾਂ। ਇਸ ਨੂੰ ਫਿਰ ਅਸੀਂ ਕਹਿੰਦੇ ਹਾਂ ਵੀ ਉਹ ਹਰੀ ਦਾ ਜਨ ਤੇ ਹਰੀ ਵੱਖ-ਵੱਖ ਨਹੀਂ ਹੁੰਦੇ। ਜਦੋਂ ਬਾਣੀ 'ਚ ਤੁਸੀਂ ਇਹ ਵਾਕ ਪੜ੍ਹਦੇ ਹੋ ਵੀ ਉਹ ਦੋ ਨਹੀਂ ਹੁੰਦੇ, ਜੁਦਾ-ਜੁਦਾ ਨਹੀਂ ਹੁੰਦੇ, ਕਿਉਂਕਿ ਉਹ ਅਹਿਸਾਸ ਦੇ ਪੱਧਰ ਤੇ ਜੀਂਦੇ ਹਨ, ਅਸੀਂ ਗੱਲਾਂ ਦੇ ਪੱਧਰ ਉੱਤੇ ਜੀਂਦੇ ਹਾਂ। ਸਾਡੇ ਲਈ ਉਹ ਹੈ, ਪਰ ਅਸੀਂ ਇਹ ਨਹੀਂ ਮੰਨਦੇ ਵੀ ਇੱਥੇ ਹੈ। ਅਸੀਂ ਗੁਰਦੁਆਰਿਓਂ ਬਾਹਰ ਦੂਜੀ ਸਟਰੀਟ ਤੇ ਗਏ, ਉਹ ਤਾਂ ਗੁਰਦੁਆਰੇ ਰਹਿ ਗਿਆ, ਅਸੀਂ ਬਾਹਰ ਨਿਕਲ ਗਏ। ਇਸੇ ਕਰਕੇ ਅਸੀਂ ਬਹੁਤੇ ਇਹ ਮੰਨ ਕੇ ਵੀ ਨਹੀਂ ਵੀ ਰੱਬ ਕਿੱਥੇ ਹੈ ਜੀ? ਗੁਰਦੁਆਰੇ। ਰੱਬ ਕਿੱਥੇ ਹੈ? ਮੰਦਿਰ। ਰੱਬ ਕਿੱਥੇ ਹੈ? ਮਸਜਿਦ। ਤੇ ਤਾਈਓ ਅਸੀਂ ਬਾਹਰ ਧੱਕੇਸ਼ਾਹੀਆਂ ਵੀ ਕਰ ਜਾਂਦੇ ਹਾਂ, ਕਿਉਂਕਿ ਰੱਬ ਤੇ ਗੁਰਦੁਆਰੇ ਰਹਿ ਗਿਆ। ਉਹ ਬਾਹਰ ਆਏਗਾ ਤੇ ਵੇਖੇਗਾ ਨਾ ਸਾਨੂੰ ਵੀ ਅਸੀਂ ਕੀ ਕਰਦੇ ਹਾਂ। ਜਦੋਂ ਹੈ ਹੀ ਮੰਦਿਰ 'ਚ, ਉਹ ਮਸਜਿਦ 'ਚ, ਤਾਂ ਇਹਦਾ ਮਤਲਬ ਬਾਹਰ ਤੇ ਹੈ ਹੀ। ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਨਾ, ਵੈਸੇ ਲਫ਼ਜ਼ ਗੁਰੂਦੁਆਰਾ ਹੈ, ਮੂੰਹ ਤੇ ਚੜ੍ਹਿਆ ਸਾਡੇ ਗੁਰੂ ਘਰ। ਗੁਰੂ ਦਾ ਘਰ ਤਾਂ ਸਿੱਖ ਦਾ ਹਿਰਦਾ ਹੀ ਬਣਨਾ। ਇਹ ਗੁਰੂਦੁਆਰਾ ਹੈ। ਗੁਰੂਦੁਆਰਾ ਮਤਲਬ ਗੁਰੂ ਦੇ ਰਾਹੀਂ ਪਰਮੇਸ਼ਰ ਨੂੰ ਮਿਲਣ ਦੀ ਥਾਂ, ਗੁਰੂ ਦੇ ਰਾਹੀਂ ਸੱਚ ਨੂੰ ਪ੍ਰਾਪਤ ਕਰਨ ਦੀ ਜਗ੍ਹਾ, ਧਰਮਸ਼ਾਲ, ਧਰਮ ਸਿੱਖਣ ਦੀ ਜਗ੍ਹਾ। ਤੋ ਇਸ ਵਾਸਤੇ ਹਜ਼ੂਰ ਨੇ ਕਿਹਾ, ਉਸ ਸਰਵ ਵਿਆਪੀ ਹਸਤੀ ਦੇ ਵਿੱਚ ਮੇਰਾ ਮਨ ਵਿਧਿਆ, ਵਿੰਨਿਆ ਗਿਆ, ਜੁੜ ਗਿਆ, ਇੱਕ ਸੁਰ ਹੋ ਗਿਆ, ਵਖਰੇਵਾਂ ਮਿਟ ਗਿਆ। ਕਿਵੇਂ? ਉਦਾਹਰਨ ਦੇ, ਜੈਸੇ ਕਨਕ ਕਲਾ ਚਿਤ ਮਾਂਡੀਅਲ। ਕਨਕ ਸੋਨੇ ਨੂੰ ਕਹਿੰਦੇ ਨੇ, ਕਲਾ ਹੁਨਰ ਨੂੰ ਕਹਿੰਦੇ ਨੇ। ਜਿਵੇਂ ਸੋਨੇ ਦੇ ਉੱਤੇ ਆਪਣਾ ਹੁਨਰ ਇਸਤੇਮਾਲ ਕੌਣ ਕਰਦਾ ਹੈ? ਜਿਹਦਾ ਨਾਂ ਆਪਾਂ ਸੁਨਿਆਰ ਕਹਿੰਦੇ। ਸੁਨਿਆਰ ਦਾ ਮਤਲਬ ਕੀ ਹੁੰਦਾ? ਕੋਈ ਬੈਗ ਸੋਨੇ ਦੀਆਂ ਇੱਟਾਂ ਦਾ ਲਈ ਫਿਰੇ ਤੇ ਉਹ ਸੁਨਿਆਰਾ ਥੋੜੀ ਬਣ ਜਾਂਦਾ। ਸੁਨਿਆਰ ਉਹਨੂੰ ਕਹਿੰਦੇ ਨੇ ਜਿਹਨੂੰ ਸੋਨੇ ਦੇ ਉੱਤੇ ਆਪਣਾ ਹੁਨਰ, ਆਪਣੀ ਕਲਾ ਇਸਤੇਮਾਲ ਕਰਨੀ ਆਉਂਦੀ, ਜਿਹੜਾ ਉਹਨੂੰ ਘੜਦਾ ਹੈ, ਉਹ ਹੁੰਦਾ ਹੈ ਕਨਕ ਕਲਾ। ਕਨਕ ਕਲਾ ਚਿਤ ਮਾਂਡੀਅਲੇ। ਇੱਕ ਲੋਹੇ ਦਾ ਕੰਮ, ਇੱਕ ਸੋਨੇ ਦਾ ਕੰਮ ਕਰਨ ਵਾਲਾ ਸੱਜਣ ਆਪਣੀ ਦੁਕਾਨ ਤੇ, ਸ਼ੌਪ ਤੇ ਬੈਠਾ, ਗਾਹਕ ਆ ਰਹੇ ਹਨ, ਉਹਦੇ ਨਾਲ ਗੱਲ ਕਰਦੇ ਹਨ। ਉਹਨੇ ਕੁਠਾੜੀ ਦੇ ਵਿੱਚ ਪਹਿਲਾਂ ਸੋਨੇ ਨੂੰ ਢਾਲਿਆ, ਸ਼ੁੱਧ ਕੀਤਾ, ਤੇ ਫਿਰ ਉਸਨੇ ਉਹਨੂੰ ਇੱਕ ਸ਼ਕਲ ਦਿੱਤੀ। ਫਿਰ ਉਹਨੂੰ ਕਢਾਈ ਕਰਨ ਲੱਗਿਆ, ਘੜਨ ਲੱਗਿਆ, ਕਲਾ ਦਾ ਇਸਤੇਮਾਲ ਕਰਨ ਲੱਗਾ। ਹੁਣ ਗਾਹਕ ਆਉਂਦੇ ਨੇ ਤੇ ਉਹਨਾਂ ਨਾਲ ਉਹ ਗੱਲਾਂ ਵੀ ਕਰਦਾ, ਤੇ ਨਾਲ ਉਹ ਆਪਣਾ, ਉਹਦੀ ਸੁਰਤ ਆਪਣੇ ਗਹਿਣੇ ਵਿੱਚ ਹੈ ਵੀ ਇਹਦੇ 'ਚ ਫਰਕ ਨਾ ਪੈ ਜਾਏ, ਨਹੀਂ ਤੇ ਸਾਰਾ ਪ੍ਰੋਸੈਸ ਦੁਬਾਰਾ ਕਰਨਾ ਪਏਗਾ, ਇਹ ਖਰਾਬ ਹੋ ਜਾਏਗਾ, ਵਿਕੇਗਾ ਨਹੀਂ। ਤੇ ਆਏ ਹੋਏ ਗਾਹਕ ਨਾਲ ਉਹ ਸਲਾਮ ਦੁਆ ਵੀ ਕਰਦਾ ਹੈ, ਹਾਲ ਚਾਲ ਵੀ ਪੁੱਛਦਾ ਹੈ, ਉਹਨਾਂ ਦੀ ਗੱਲ ਵੀ ਸੁਣਦਾ ਤੇ ਉੱਤਰ ਵੀ ਦਿੰਦਾ ਹੈ। ਪਰ ਸੁਰਤ ਉਹਦੀ ਕਿੱਥੇ ਲੱਗੀ ਹੈ? ਧਿਆਨ ਉਹਦਾ ਕਿੱਥੇ ਲੱਗਾ ਹੈ? ਆਪਣੇ ਹੱਥ ਵਿੱਚ ਜਿਹੜਾ ਗਹਿਣਾ ਉਹਨੇ ਘੜਨ ਵਾਸਤੇ ਫੜਿਆ ਤੇ ਉਹਨੂੰ ਉਹ ਘੜ ਰਿਹਾ ਤੇ ਪ੍ਰੋਪਰ ਢੰਗ ਨਾਲ ਘੜ ਰਿਹਾ, ਉਹਦੇ ਵਿੱਚ ਉਹਦੀ ਸੁਰਤ ਹੈ, ਧਿਆਨ ਉਹਦਾ ਉੱਥੇ ਹੈ। ਜੈਸੇ ਕਨਕ ਕਲਾ ਚਿਤ ਮਾਂਡੀਅਲੇ। ਮਾਂਡੇ ਦਾ ਮਤਲਬ ਹੁੰਦਾ ਜੁੜਨਾ। ਉਦਕ ਮਾਹੀ ਜੈਸੇ ਬਗ ਧਿਆਨ ਮੰਡ, ਜੋੜਨਾ। ਤੋ ਆਰੰਭ ਦੇ ਵਾਕ ਵਿੱਚ ਉਦਾਹਰਣ ਦਿੱਤੀ।
ਆਨੀ ਲੈ ਕਾਗਦ ਕਾਟੀ ਲੈ ਗੂਡੀ ਆਕਾਸ਼ ਮੱਧੇ ਭਰਮੀ ਅਲੇ। ਬੱਚੇ ਕਾਗਜ਼ ਲਿਆਉਂਦੇ ਨੇ, ਕੱਟ ਕੇ ਉਹਨੂੰ ਪਤੰਗ ਬਣਾਉਂਦੇ ਨੇ, ਆਕਾਸ਼ ਵਿੱਚ ਹਵਾ ਵਿੱਚ ਉਸ ਨੂੰ ਉਡਾਉਂਦੇ ਨੇ। ਭਰਮੀ ਅਲੇ ਮਤਲਬ ਭਰਮਾਉਂਦੇ ਹਨ, ਉਡਾਉਂਦੇ ਹਨ। ਤੇ ਕਿੰਨੇ ਬੱਚੇ ਇਕੱਠੇ ਹੋ ਜਾਂਦੇ, ਆਕਾਸ਼ ਵੱਲ ਵੇਂਦੇ, ਇੱਕ ਦੂਜੇ ਨਾਲ ਖੇਲੀਆਂ ਖੇਡਾਂ ਕਰਦੇ, ਗੱਲਾਂ ਕਰਦੇ, ਧੱਕੇ ਵੀ ਮਾਰਦੇ ਨੇ ਇੱਕ ਦੂਜੇ ਨੂੰ। ਪੰਚ ਜਨਾਸਿਓ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਇੱਕ ਦੂਜੇ ਨਾਲ ਗੱਲਾਂ ਕਰਦੇ ਹੋਇਆਂ ਵੀ ਨਾ ਉਹਨਾਂ ਨੂੰ ਪਤਾ ਹੈ ਵੀ ਡੋਰ ਕਿੰਨੀ ਛੱਡਣੀ ਹੈ ਤੇ ਕਿੰਨੀ ਖਿੱਚਣੀ ਹੈ। ਧਿਆਨ ਉਹਨਾਂ ਦਾ ਡੋਰ 'ਚ ਹੀ ਹੁੰਦਾ ਹੈ ਕਿ ਪਤੰਗ ਕੱਟੀ ਨਾ ਜਾਏ, ਥੱਲੇ ਨਾ ਡਿੱਗ ਪਏ। ਵੇਖੋ ਕਿੰਨੇ ਜਾਣੇ ਕਈ ਵਾਰ ਉਹ ਗੱਲਾਂ ਕਰਦੇ, ਕਿੰਨਾ ਸ਼ੋਰ ਸ਼ਰਾਬਾ, ਪਰ ਸੁਰਤੀ ਜਿਹੜੀ ਉਹ ਡੋਰ ਵਿੱਚ ਲੱਗੀ ਹੋਈ, ਧਿਆਨ ਉਸ ਵਿੱਚ ਲੱਗਾ ਹੋਇਆ। ਫਿਰ ਫਰਮਾਉਂਦੇ ਹਨ ਦੂਜੀ ਉਦਾਹਰਣ, ਆਨੀ ਲੈ ਕੁੰਭ ਭਰਾਈ ਲੈ ਉਦਕ ਰਾਜ ਕੁਆਰ ਪੁਰੰਦਰੀਏ। ਕੁੰਭ ਲਿਆ ਕੇ ਘੜੇ, ਕੁੰਭ ਦਾ ਮਤਲਬ ਹੁੰਦਾ ਹੈ ਘੜਾ। ਪੁਰਾਣੇ ਸਮਿਆਂ 'ਚ ਖੂਹਾਂ ਤੋਂ ਔਰਤਾਂ ਪਾਣੀ ਭਰਨ ਜਾਂਦੀਆਂ ਸਨ, ਔਰ ਇਕੱਠੀਆਂ ਇਕੱਠੀਆਂ, ਤੇ ਪਾਣੀ ਵੀ ਘਰ ਵਿੱਚ ਜ਼ਿਆਦਾ ਚਾਹੀਦਾ ਹੁਣ 2-2 3-3 ਘੜੇ ਵੀ ਆਪਣੇ ਸਿਰ ਦੇ ਉੱਤੇ ਰੱਖ ਲੈਂਦੀਆਂ ਸਨ। ਤੇ ਕਮਾਲ ਦੀ ਗੱਲ ਇਹ ਵੀ ਉਹਨਾਂ ਨੂੰ ਹੱਥ ਵੀ ਨਹੀਂ ਸੀ ਪਾਉਂਦੀ। ਘੜੇ ਦੇ ਉੱਤੇ ਘੜਾ ਰੱਖਿਆ ਹੋਇਆ ਤੇ ਹੱਥ ਛੱਡੇ ਹੋਏ ਨੇ, ਤੇ ਸਰੀਰ ਦਾ ਬੈਲੈਂਸ ਐਵੇਂ ਆ ਵੀ ਘੜੇ ਨੂੰ ਪੈਰ ਚੁੱਕਦਿਆਂ ਰੱਖਦਿਆਂ, ਪਲਾਂਘਾਂ ਪੁੱਟਦਿਆਂ, ਘੜੇ ਨੂੰ ਕਿਸੇ ਕਿਸਮ ਦੀ ਵਾਈਬ੍ਰੇਸ਼ਨ ਨਹੀਂ ਹੋਣ ਦੇਣੀ ਵੀ ਉਹ ਡਿੱਗ ਨਾ ਪਏ, ਹਿਲਜੁਲ ਨਹੀਂ ਹੋਣ ਦੇਣੀ। ਤੇ ਉਹ ਆਪਸ 'ਚ ਗੱਲਾਂ ਵੀ ਕਰਦੀਆਂ ਸਨ, ਤੇ ਆਪਾਂ ਅਕਸਰ ਹੀ ਗੱਲ ਕਰਦੇ ਹੱਥਾਂ ਦੇ ਇਸ਼ਾਰੇ ਵੀ ਕਰਦੇ ਹਾਂ, ਤੇ ਕਈ ਵਾਰ ਇੱਕ ਦੂਜੇ ਨਾਲ ਹੱਸਦੀਆਂ ਖੇਡਦੀਆਂ ਇੱਕ ਦੂਜੇ ਨੂੰ ਟੱਚ ਵੀ ਕਰਦੀਆਂ ਸਨ। ਪਰ ਉਹ ਨੌਜਵਾਨ ਬੱਚੀਆਂ ਜਿਹੜੀਆਂ ਨੇ ਉਹਨਾਂ ਦੀ ਸੁਰਤ ਜਿਹੜੀ ਘੜੇ 'ਚ ਵੀ ਇਹ ਨਾ ਡਿੱਗ ਪਏ, ਤੇ ਉਹ ਨਹੀਂ ਸੀ ਡਿੱਗਦਾ। ਤੋ ਭਗਤ ਜੀ ਇਸ ਜਗ੍ਹਾ ਤੇ ਲਿਖਦੇ ਹਨ, ਆਨੀ ਲੈ ਕੁੰਭ ਭਰਾਈ ਲੈ ਉਦਕ, ਉਦਕ ਪਾਣੀ ਨੂੰ ਕਹਿੰਦੇ ਹਨ। ਰਾਜ ਕੁਆਰ ਪੁਰੰਦਰੀਏ, ਪੁਰੰਦਰੋਂ ਉਹ ਨਗਰੀ ਤੋਂ ਬਾਹਰ, ਪਿੰਡ ਤੋਂ ਬਾਹਰ ਨਿਕਲੀਆਂ, ਪਾਣੀ ਦੇ ਘੜੇ ਭਰੇ, ਸਿਰ ਤੇ ਰੱਖੇ ਤੇ ਵਾਪਸ ਆ ਰਹੀਆਂ ਨੇ। ਹਸਤ ਵਿਨੋਦ ਵਿਚਾਰ ਕਰਦੀ ਹੈ, ਹੱਸਦੀਆਂ ਹੋਈਆਂ ਵਿਚਾਰ ਕਰਦੀਆਂ ਨੇ, ਗੱਲਾਂ ਬਾਤਾਂ ਕਰਦੀਆਂ ਨੇ, ਖੇਡਾਂ ਵੀ ਕਰਦੀਆਂ ਨੇ, ਚਾਮ ਲਹਰ ਵੀ ਕਰਦੀਆਂ ਨੇ। ਪਰ ਚੀਤ ਸੋ ਗਾਗਰ ਰਾਖੀ ਅਲੇ, ਚਿੱਤ ਉਹਨਾਂ ਦਾ ਆਪਣੇ ਸਿਰ ਤੇ ਰੱਖੇ ਹੋਏ ਘੜੇ ਦੇ ਵਿੱਚ ਹੈ। ਫਿਰ ਅਗਲੀ ਉਦਾਹਰਣ ਵਿੱਚ ਕਹਿੰਦੇ ਨੇ, ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾਡੀ ਅਲੇ। ਇੱਕ ਬਹੁਤ ਵੱਡਾ ਤਬੇਲਾ ਜਿਹਾ ਕਹਿ ਲਓ, ਜਿੱਥੇ ਪਸ਼ੂ ਵੱਝਦੇ ਨੇ, ਵਾੜਾ, ਉਹਦੇ ਕਈ ਦਰਵਾਜ਼ੇ ਨੇ। ਵਿਚਾਰ ਸਵੇਰੇ ਜਿੱਧਰੋਂ ਵੀ ਪਸ਼ੂ ਚਰ ਕੇ ਆਉਣ ਉਧਰੋਂ ਦੀ ਅੰਦਰ ਆ ਜਾਣ। ਗਾਵਾਂ ਨੂੰ ਚਰਨ ਵਾਸਤੇ ਬਾਹਰ ਛੱਡ ਦਿੱਤਾ ਗਿਆ। ਦੂਰ ਦੂਰ ਚਲੀਆਂ ਜਾਂਦੀਆਂ ਨੇ, ਘਾਹ ਪੱਠਾ ਚੁਗਦੀਆਂ ਹੋਈਆਂ, ਚਰਦੀਆਂ ਹੋਈਆਂ ਉਹ ਗਾਵਾਂ, ਪਰ ਉਹਨਾਂ ਨੂੰ ਵਾਪਸ ਆਉਣ ਵਿੱਚ, ਆਪਣਾ ਟਿਕਾਣਾ ਲੱਭਣ ਵਿੱਚ ਦਿੱਕਤ ਨਹੀਂ ਹੁੰਦੀ। ਉੱਥੇ ਚਰਦੀਆਂ ਹੋਈਆਂ ਵੀ ਵਾਪਸ ਜਿੱਥੇ ਜਿੱਥੇ ਉਹਨਾਂ ਦੇ ਬਛੜੇ ਬੱਝੇ ਹੋਣਗੇ ਨਾ, ਉੱਥੇ ਉੱਥੇ ਆਉਣਗੇ, ਇੱਕ ਦੂਜੇ ਦੇ ਬਛੜੇ ਕੋਲ ਵੀ ਨਹੀਂ ਜਾਣਗੀਆਂ। ਕਮਾਲ ਦੀ ਖੇਡ ਹੈ। ਮੰਦਰ ਏਕ ਦਵਾਰ ਦਾ ਸਜਾ ਕੇ ਗਊ ਚਰਾਵਨ ਛਾਡੀ ਅਲੇ। 5 ਕੋਸ ਪਰ, ਭਾਵੇਂ 5 ਕੋਹ ਤੇ ਚਲੀਆਂ ਜਾਣ ਚਰਦੀਆਂ, ਗਊ ਚਰਾਵਤ ਚੀਤ ਸੋ ਬਸ਼ਰਾ ਰਾਖੀ ਅਲੇ। ਭੁੱਲਣਗੀਆਂ ਨੇ। ਇਹਦਾ ਤੱਤ ਭਾਵੇਂ ਵੀ ਕੱਢਿਆ ਹੈ। ਸਰੀਰ ਰੂਪੀ ਇਸ ਘਰ ਦੇ 10 ਦਰਵਾਜ਼ੇ ਹਨ। 10 5 ਗਿਆਨ ਇੰਦਰੇ, 5 ਕਰਮ ਇੰਦਰੇ। ਕਰਮ ਇੰਦਰੇ ਆਪਣਾ ਕੰਮ ਕਰਦੇ ਨੇ ਸਰੀਰ ਦੇ, ਗਿਆਨ ਇੰਦਰੇ ਆਪਣਾ ਕੰਮ ਕਰਦੇ ਨੇ, ਪਰ ਸੁਰਤ ਦੀ ਤਾਰ ਇੱਕੇ ਜਗ੍ਹਾ ਤੇ ਜੁੜੀ ਰਹਿੰਦੀ ਹੈ। ਪਰਮੇਸ਼ਰ ਸਦੀਵ ਕਾਲ ਹੈ, ਸਰਬਕਾਲੀ ਹੈ, ਸਰਬਦੇਸੀ ਹੈ, ਸਰਵ ਵਿਆਪਕ ਹੈ। ਮੈਂ ਉਹਦਾ ਅੰਗ ਹਾਂ, ਉਹਦਾ ਹਿੱਸਾ। ਇਹ ਗੱਲ ਨਹੀਂ ਭੁੱਲਦੀ। ਅੱਖਾਂ ਨਾਲ ਜਹਾਨ ਵੀ ਵੇਖਿਆ ਜਾ ਰਿਹਾ ਹੈ, ਕੰਨਾਂ ਨਾਲ ਸੁਣਿਆ ਵੀ ਜਾ ਰਿਹਾ ਹੈ, ਪੈਰਾਂ ਨਾਲ ਸਫ਼ਰ ਹੋ ਰਿਹਾ ਹੈ, ਹੱਥੀਂ ਕਿਰਤ ਹੋ ਰਹੀ, ਸਰੀਰ ਆਪਣਾ ਕੰਮ ਕਰੀ ਜਾ ਰਿਹਾ, ਪਰ ਸੁਰਤ ਉਹਦੇ ਨਾਲੋਂ ਟੁੱਟਦੀ ਨਹੀਂ। ਇਸ ਲਈ ਅਖੀਰਲੇ ਬੰਦ ਵਿੱਚ ਕਹਿੰਦੇ ਨੇ, ਕਹਿਤ ਨਾਮਦੇਵ ਸੁਣੋ ਤਿਲੋਚਨ। ਨਾਮਦੇਵ ਜੀ ਆਖਦੇ ਨੇ, ਤਿਲੋਚਨ ਜੀ ਸੁਣੋ। ਬਾਲਕ ਪਾਲਣ ਪੌੜੀ ਅਲੇ। ਬਾਲਕ ਨੂੰ ਪੌੜੀ ਅਲੇ ਦਾ ਮਤਲਬ ਹੁੰਦਾ ਹੈ ਟਿਕਾਇਆ, ਪਾ ਦਿੱਤਾ। ਪਾਲਣ ਦਾ ਮਤਲਬ ਹੁੰਦਾ ਹੈ ਪਾਲਣਾ, ਪੰਗੂੜਾ।
ਮਾਂ ਛੋਟੇ ਬੱਚੇ ਨੂੰ ਪੰਘੂੜੇ ਵਿੱਚ ਸੁਆ ਦਿੰਦੀ ਹੈ ਤੇ ਜਦੋਂ ਉਸ ਨੂੰ ਝੂਟੇ ਦੇ ਦਿੰਦੀ ਹੈ ਤੇ ਉਹਨੂੰ ਨੀਂਦ ਆ ਜਾਂਦੀ, ਉਹ ਸੌਂ ਜਾਂਦਾ ਹੈ। ਅੰਤਰ ਬਾਹਰ ਕਾਜ ਵਿਰੋਧੀ, ਉਹ ਵਿਹੜੇ ਵਿੱਚ, ਕਮਰੇ ਵਿੱਚ, ਸਾਰੇ ਘਰ ਦੇ ਵਿੱਚ ਇੱਧਰ ਉੱਧਰ ਕਾਜ ਵਿਰੋਧੀ ਦਾ ਮਤਲਬ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਰੁੱਝੀ ਰਹਿੰਦੀ ਹੈ, ਰੁਝੇਵੇਂ ਵਿੱਚ ਹੁੰਦੀ ਹੈ, ਪਰ ਧਿਆਨ ਉਹਦਾ ਕਿੱਥੇ ਹੁੰਦਾ ਹੈ। ਕਈ ਵਾਰ ਕਿਸੇ ਵੀ ਆਉਣ ਵਾਲੇ ਨੂੰ ਕਹਿੰਦੀ ਹੈ ਪੰਘੂੜੇ ਨੂੰ ਮਾੜਾ ਹਿਲਾ ਦੇਈਂ, ਝੂਟਾ ਦੇ ਦੇਈਂ, ਫਿਰ ਉਸ ਨੂੰ ਬਾਰ-ਬਾਰ ਚੇਤਾ ਆਉਂਦਾ ਵੀ ਉੱਠ ਨਾ ਪਿਆ ਹੋਵੇ, ਡਿੱਗ ਨਾ ਪਿਆ ਹੋਵੇ। ਉਹ ਉਸਦੇ ਰੋਣ ਦੀ ਆਵਾਜ਼ ਵੀ ਕਿਤੇ ਵੀ ਹੋਵੇ ਉਹਨੂੰ ਫੀਲ ਹੋ ਜਾਂਦਾ ਹੈ ਉਸ ਵੇਲੇ ਵੀ ਉਹ ਕਿਤੇ ਰੋਂਦਾ ਨਾ ਹੋਵੇ। ਸੁਰਤ ਜਿਹੜੀ ਉਸ ਵਿੱਚ ਕਿਵੇਂ ਇੱਕ ਸੁਰ ਹੋਈ ਪਈ ਹੈ। ਧੰਨ ਗੁਰੂ ਅਰਜਨ ਸਾਹਿਬ ਦਾ ਇੱਕ ਵਾਕ ਕਹਿ ਕੇ ਸਮਾਪਤੀ ਕਰਾਂਗਾ। ਹਜ਼ੂਰ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਵਾਕ ਆਉਂਦਾ ਹੈ ਰਾਗ ਆਸਾ ਦੇ ਵਿੱਚ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ, ਬਾਗਾ ਬਾਹਰ ਸੂਤ ਸਗਲ ਸਿਉ ਮੌਲਾ, ਲਿਪਤ ਰਹੋ ਜੈਸੇ ਜਲ ਮੈਂ ਕੌਲਾ। ਮੁਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀ ਸਾਵਤ ਹੈ ਬਹੁਤ ਪੀਹਾਲਾ, ਸਗਲ ਚਰਨ ਕੀਏ ਮਨ ਰਾਲਾ। ਸ਼ਬਦ ਦਾ ਭਾਵ ਹੈ ਸਰੀਰ ਰਾਹੀਂ ਮੈਂ ਆਪਣੇ ਜ਼ਰੂਰੀ ਕਾਰਜ ਖਿਆਲ ਰੱਖਣਾ, ਜ਼ਰੂਰੀ ਨਿਰਬਾਹ ਦੇ ਕਾਰਜ, ਸਰੀਰ ਲਈ, ਜੀਵਨ ਲਈ ਜਿਹੜੀਆਂ ਨਿਰਬਾਹ ਵਾਲੀਆਂ ਚੀਜ਼ਾਂ ਮੈਂ ਕਰਦਾ। ਜਗਤ ਨੂੰ ਵੇਖਣਾ ਹੈ, ਵੇਖ ਰਿਹਾ, ਸੁਣ ਰਿਹਾ ਹਾਂ, ਜੋ ਜ਼ਰੂਰੀ ਹੈ ਮੇਰੇ ਲਈ ਮੈਂ ਸੁਣ, ਕਚਰਾ ਨਹੀਂ ਸੁਣ ਰਿਹਾ, ਇੱਕ ਨਿਰਬਾਹ ਦਾ ਹਿੱਸਾ ਨਹੀਂ ਚੇਤੇ 'ਚ ਰੱਖਣਾ। ਜਿਹੜਾ ਕੂੜਾ ਅਸੀਂ ਇਕੱਠਾ ਕਰਦੇ ਹਾਂ 24 ਘੰਟੇ, ਇਹ ਨਿਰਬਾਹ ਦਾ ਹਿੱਸਾ ਨਹੀਂ ਹੈ, ਇਹ ਸਾਡੇ ਚਸਕੇ ਨੇ। ਜਿਵੇਂ ਮੈਂ ਕਹਾਂ ਇੱਕ ਬਚਨ ਵੀ ਸ਼ਰਾਬ ਤੋਂ ਬਿਨਾਂ ਬੰਦਾ ਜੀ ਸਕਦਾ ਹੈ ਨਾ ਆਮ ਹਾਲਤਾਂ ਵਿੱਚ, ਤੇ ਜੇ ਕੋਈ ਆਖੇ ਜੀ ਇਹ ਵੀ ਮੇਰੇ ਨਿਰਬਾਹ ਦਾ ਹਿੱਸਾ, ਤੇ ਗੈਰ ਵਾਜਬ ਗੱਲ ਹੈ। ਬੰਦਾ ਨਿੰਦਾ ਤੇ ਚੁਗਲੀ ਤੋਂ ਬਿਨਾਂ ਜੀ ਸਕਦਾ ਹੈ, ਪਰ ਇਹ ਚਸਕਾ ਸਵਾਦ ਹੈ, ਹਟਦਾ ਨਹੀਂ। ਤੋ ਜਿਨ੍ਹਾਂ ਨੇ ਡਿਪੈਂਡ ਹੋ ਗਏ ਉਹਨਾਂ ਲਈ ਇਹ ਵੀ ਨਿਰਬਾਹ। ਪਰ ਭਗਤ ਜੀ ਇੱਥੇ ਜਾਂ ਗੁਰੂ ਸਾਹਿਬ ਇੱਥੇ ਕੀ ਕਹਿੰਦੇ ਨੇ, ਲੋਗਨ ਸਿਓ ਮੇਰਾ ਠਾਠਾ ਬਾਗਾ, ਮਤਲਬ ਹੈ ਨਿਰਬਾਹ ਹਿਤ ਮੈਂ ਹੱਸਦਾ ਵੀ ਹਾਂ, ਬੋਲਦਾ ਵੀ ਹਾਂ, ਸੁਣਦਾ ਵੀ ਹਾਂ, ਜਵਾਬ ਵੀ ਦਿੰਦਾ ਹਾਂ, ਸਵਾਲ ਵੀ ਕਰਦਾ ਹਾਂ, ਹਰ ਇੱਕ ਕੰਮ ਲਈ ਮੈਂ ਗੱਲ ਕਰਨ ਲਈ ਤਿਆਰ ਵੀ ਹਾਂ, ਸੁਣਦਾ ਹਾਂ, ਵੇਖਦਾ ਹਾਂ, ਬੋਲਦਾ ਹਾਂ, ਚੱਲਦਾ ਹਾਂ, ਕਰਮ ਕਰਦਾ ਹਾਂ, ਸਰੀਰ ਆਪਣਾ ਕੰਮ ਕਰਦਾ, ਮੂਵਮੈਂਟ ਹੈ। ਪਰ ਮੇਰਾ ਮਨ ਜਿਹੜਾ ਹੈ ਉਹ ਪਰਮੇਸ਼ਰ, ਔਰ ਮਨ ਦੀ ਸਥਿਤੀ ਤੁਹਾਡੀ ਫਿਜ਼ੀਕਲ ਮੂਵਮੈਂਟ ਦੇ ਉੱਤੇ ਅਸਰ ਪਾਉਂਦੀ ਹੈ। ਮਨ ਦੀ ਜਿਹੜੀ ਹਾਲਤ ਹੈ, ਮਨ ਦੀ ਅਵਸਥਾ ਜਿਹੋ ਜਿਹੀ ਹੈ, ਉਹ ਤੁਹਾਡੀ ਫਿਜ਼ੀਕਲ, ਤੁਹਾਡੇ ਇੰਦਰੀਆਂ ਦੀ ਮੂਵਮੈਂਟ 'ਤੇ ਵੀ ਅਸਰ ਪਾਏਗੀ। ਜੇ ਮਨ ਵਿੱਚ ਸ਼ੈਤਾਨੀਅਤ ਹੈ ਤਾਂ ਸਾਡੇ ਇੰਦਰੇ ਵੀ ਉਸੇ ਤਰ੍ਹਾਂ ਹੀ ਰਿਐਕਟ ਕਰਨਗੇ, ਤੇ ਦੋਵੇਂ ਚੀਜ਼ਾਂ ਪੈਰਾਲਲ ਸਫ਼ਰ ਕਰਦੀਆਂ, ਇਕੱਠਾ ਸਫ਼ਰ ਕਰਦੀਆਂ ਨੇ। ਤਾਂ ਹਜ਼ੂਰ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਵੇਂ ਉਸ ਮਾਲਕ ਵਾਹਿਗੁਰੂ ਦੀ ਯਾਦ ਵਿੱਚ ਮੇਰੀ ਸੁਰ ਤੇ ਇੱਕ ਸੁਰ ਹੈ। ਹਜ਼ੂਰ ਮਿਹਰ ਕਰਨ। ਇਹ ਸਿਮਰਨ ਦੀ ਬਾ ਕਮਾਲ ਵਿਧੀ ਸਤਿਗੁਰੂ ਜੀ ਨੇ ਸਾਨੂੰ ਇਸ ਵਿਆਖਿਆ ਕਰਕੇ ਸ਼ਬਦ ਵਿੱਚ ਸਮਝਾਈ ਹੈ। ਸ਼ਬਦ ਦਾ ਭਾਵ ਸਾਡੇ ਸਭਨਾਂ ਦੇ ਮਨ ਹਿਰਦਿਆਂ 'ਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।